ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਿਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਹੀਂ ਤਿਹਾ ਹਉ ਕਰੀ ਵਖਿਆਨ। ਗੁਰ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰਾ ਅੰਗਦ ਦੁਖ ਨਿਕੰਦਨ, ਗੁਰ ਅਮਰਦਾਸ ਹਿਰਦੈ ਨਿਤ ਧਿਆਨ, ਹਿਰਦੈ ਨਿਤ ਧਿਆਨ। ਗੁਰ ਰਾਮਦਾਸ ਗੁਣ ਗਾਮ, ਗੁਰ ਅਰਜਨ ਬਿਘਨ ਕੇ ਨਾਸਕ, ਬਿਘਨ ਕੇ ਨਾਸਕ। ਗੁਰ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਗੁਰ ਗੋਬਿੰਦ ਸਿੰਘ ਬਿਸਾਲਾ, ਤਰੁ ਤਾਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ, ਤਰੁ ਤਾਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ। ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਜੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਏ। ਏਕ ਓੰਕਾਰ ਸਤਿਗੁਰੂ
ਜੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਗਨ ਬਿਨਾਸਨ ਸੋਏ। ਵਾਹਿਗੁਰੂ ਜੀ। दोहरा अकबर को मंत्री हो तो विपर बीरबल नाम। पश्चिम दिशा मुहम कर चढ़ियो जित बेकाम। परम ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜ਼ਾਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ ਆਪ ਜੀ ਵੱਡੇ ਭਾਗਾਂ ਵਾਲੇ ਹੋ। ਜੋ ਸਤਿਕਾਰਯੋਗ ਧੰਨ ਮਾਤਾ ਰਾਜਕੌਰ ਜੀ ਦੇ ਪਾਵਨ ਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ। ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। दोहरा अकबर को मंत्री हो तो विपर बीरबल नाम। कविराज कवि संतोख सिंह जी अगे लिख रहे हैं कि जिवें कल पिछले प्रकरणों के अंदर आप जी ने सरवण की सी धन गुरु रामदास महाराज जी की मुढ़ली कथा कि किवें गुरु घर दे विच आए। इत्थे सतगुरु जी दे तिन्ने साहिबजादे उन्हां दा जन्म होया। और इस तो अगली कथा अध्याय नंबर वही 41 है। कवि संतोख सिंह जी लिखते हैं कि धन गुरु अमरदास महाराज जी गोबिंदवाल साहब की पावन धरती ते है कि उधर अकबर बादशाह है और अकबर का एक मंत्री है जिहड़ा जात करके ब्राह्मण है, नाम बीरबल है। और इस बीरबल के किस्से आप जी ने बड़े सुने ने। पश्चिम दिशा मुहिमकार चढ़ियो जित बेकाम। ये बीरबल अकल का बड़ा धनी सी और अकबर बादशाह विशेष तौर पर उनका बड़ा सन्मान करता सी कि हर एक वो गल जिहड़ी उलझदी सी उन्होंने बीरबल जिहड़ा वो सुलझाउंदा सी। हुण बीरबल दे अंदर एक हंकार भी है कि मैं सियाणा बना। और बीरबल ये चाहुंदा है कि किते ना किते अकबर बादशाह मैनूं मौका देवे कि जंग ते मुहिम मैं छेड़ा, जंग विच जावां ते किते जाके जित प्राप्त करके आवां कि मेरी वडियाई होर वधे। पश्चिम वाले पासे जंग करने लई इन्हें अकबर बादशाह को आप मांग की कि उधर कुछ लोग ने जिहड़े बागी हो गए ने उन्होंने सीधे रस्ते पा के आना है, जां उन्होंने मारना है, जां गिरफ्तार करना है। रखे चाहो ते संग स्नेहू पृथक न होण देत कब केहू। और बीरबल ने जदों ये मंग रखी कि मैं जावांगा मुहिम लैके, अकबर बादशाह दे नाल स्नेह बड़ा करता सी। इनू कदे भी अपने तो अड नहीं सी होण दिंदा। जिदन किते सभा विच बीरबल नहीं सी हुंदा ते बंदे भेज के उस वेले बुलाउंदा सी कि देखो ठीक ते है, अज वो आया क्यों नहीं।
ਤੇ ਜੇ ਠੀਕ ਹੈ ਤਾਂ ਉਹਨੂੰ ਬੁਲਾ ਕੇ ਲਿਆਓ, ਸਭਾ ਫਿਰ ਹੀ ਸ਼ੁਰੂ ਕਰਨੀ ਹੈ। ਹੋਣਹਾਰ ਜਬ ਤਿਹ ਸਿਰ ਆਈ, ਕਹਿਤ ਕਹਿਓ ਭਇਓ ਮੈਂ ਕਰੂ ਚੜ੍ਹਾਈ। ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਅਕਲ ਦਾ ਤਾਂ ਸਿਆਣਾ ਸੀ, ਹਰ ਇੱਕ ਗੱਲ ਜਿੰਦਾ ਜਵਾਬ ਦੇਣਾ ਹੁੰਦਾ ਸੀ, ਗੱਲ ਮੂੰਹ ਦੇ ਵਿੱਚ ਹੁੰਦੀ ਸੀ, ਅਗਲੇ 'ਚ ਇਹ ਜਵਾਬ ਪਹਿਲੋਂ ਦੇ ਦਿੰਦਾ ਸੀ ਕਿ ਇੱਕਦਮ ਅੱਗੋਂ ਜਵਾਬ ਇਹਨੂੰ ਬੌੜਦੇ ਬੜਾ ਸੀ। ਪਰ ਕਹਿੰਦੇ ਜਦੋਂ ਹੁਣ ਹੋਣਹਾਰ ਹੋਣੀ ਸਿਰ ਤੇ ਚੜ੍ਹ ਕੇ ਆ ਗਈ ਤੇ ਇਹਦੇ ਮਨ ਦੇ ਵਿੱਚ ਬਣ ਗਈ ਗੱਲ ਕਿ ਮੈਂ ਚੜ੍ਹਾਈ ਕਰਕੇ ਜਾਵਾਂ, ਮੈਂ ਜੰਗ ਵੀ ਕਰਾਂ। ਸਗਲ ਮਵਾਸ ਤੋਰ ਕਰ ਆਵੋ, ਬਾਰ ਬਾਰ ਕੋ ਝਗਰ ਚੁਕਾਵੋ। ਇਹ ਬੀਰਬਲ ਬਾਦਸ਼ਾਹ ਅਕਬਰ ਨੂੰ ਕਹਿੰਦਾ ਕਿ ਬਾਦਸ਼ਾਹ ਮੈਨੂੰ ਆਗਿਆ ਦਿਓ। ਇਹ ਜਿਹੜੇ ਪੱਛਮ ਵਾਲੇ ਪਾਸੇ ਆਗੀ ਹੋਏ ਨਾ, ਬਾਰ-ਬਾਰ ਆਵਾਜ਼ ਚੁੱਕਦੇ ਨੇ, ਬਗਾਵਤ ਕਰਦੇ ਨੇ। ਇੱਕ ਰੇ ਹਮਲਾ ਕਰਕੇ ਇਹਨਾਂ ਦਾ ਸਾਰਾ ਝਗੜਾ ਨਿਬੇੜ ਹੀ, ਇਹਨਾਂ ਦਾ ਕੰਮ ਹੀ ਖਤਮ ਕਰੀਏ, ਦੁਬਾਰੇ ਬਾਗੀ ਤੇ ਨਾ ਹੋਊਗਾ। ਸੁਣ ਅਕਬਰ ਬਹੁ ਭਇਓ ਪ੍ਰਸੰਨ, ਕਹਿਓ ਬੀਰਬਾਰ ਕੋ ਤੁਮ ਧਨ। ਕਹਿੰਦੇ ਇਹ ਸੁਣ ਕੇ ਅਕਬਰ ਬਾਦਸ਼ਾਹ ਜਿਹੜਾ ਬੜਾ ਪ੍ਰਸੰਨ ਹੋਇਆ ਕਿ ਮੇਰਾ ਮੰਤਰੀ ਹੈ, ਬੜਾ ਵੱਡਾ ਵਜ਼ੀਰ ਹੈ, ਔਰ ਅਸਲ ਵਿੱਚ ਕੰਮ ਤੇ ਇਹਦਾ ਇੱਥੇ ਸੀ ਕਿਉਂਕਿ ਦਿਮਾਗੀ ਤੌਰ ਤੇ ਤੇਜ਼ ਸੀ। ਪਰ ਹੁਣ ਜਦੋਂ ਜੰਗ ਕਰਨ ਵਾਸਤੇ ਇਹ ਆਗਿਆ ਮੰਗੀ ਤੇ ਅਕਬਰ ਬਾਦਸ਼ਾਹ ਬੜਾ ਖੁਸ਼ ਹੋਇਆ, ਕਹਿੰਦਾ ਬੀਰਬਲ ਤੂੰ ਤੇ ਧਨ ਹੈ ਕਿ ਹਰ ਤਰ੍ਹਾਂ ਦੇ ਮਤ ਵੀ ਦੇਣਾ, ਝਗੜੇ ਵੀ ਸੁਲਝਾਉਣਾ ਤੇ ਜੰਗ ਕਰਨ ਲਈ ਵੀ ਤਿਆਰ ਹੋ ਗਿਆ। ਤੋਹੇ ਗਏ ਬਿਨ ਕਾਜ ਨ ਸਰੈ, ਔਰ ਕੁਮਤ ਕਰ ਕੋਈ ਨਾ ਰਹਿ। ਤੇ ਅਕਬਰ ਬਾਦਸ਼ਾਹ ਕਹਿੰਦਾ ਕਿ ਬੀਰਬਲ ਗੱਲ ਤੇਰੀ ਠੀਕ ਹੈ, ਜਾਣਾ ਤੈਨੂੰ ਚਾਹੀਦਾ ਹੈ, ਕਿਉਂਕਿ ਤੇਰੇ ਜਾਣ ਤੋਂ ਬਿਨਾਂ ਹੁਣ ਲੱਗਦਾ ਉੱਥੇ ਕੰਮ ਬਣਨਾ ਨਹੀਂ। ਕਿਉਂਕਿ ਕੋਈ ਕੁਮਤ ਕਰਕੇ ਕਿਸੇ ਤਰ੍ਹਾਂ ਦੀ ਤਰਕ ਕਰਕੇ ਸਾਹਮਣੇ ਅੜ ਨਾ ਸਕੇ। ਜੇ ਕਿਸੇ ਤਰ੍ਹਾਂ ਦੇ ਕੋਈ ਤਰਕ ਕਰੇ ਤੇ ਤਰਕ ਦਾ ਜਵਾਬ ਵੀ ਤੂੰ ਦੇ ਸਕਦਾ ਹੈ। ਜੇ ਕੋਈ ਅੱਗੋਂ ਲੜਾਈ ਕਰਨ ਦਾ ਯਤਨ ਕਰੇ, ਲੜਾਈ ਦਾ ਜਵਾਬ ਵੀ ਤੂੰ ਦੇ ਸਕਣਾ ਹੈ। ਬਹੁਤ ਸੈਨਾ ਇਸ ਸੰਗ ਚੜ੍ਹਾਈ, ਤੋਪ ਰਹਿ ਕਲਾ ਦੇ ਸਮੁਦਾਈ। ਬਹੁਤ ਸਾਰੀ ਸੈਨਾ, ਕੁਝ ਇਤਿਹਾਸਕਾਰਾਂ ਨੇ 50,000 ਸੈਨਿਕ ਲਿਖੇ ਨੇ ਕਿ ਬੀਰਬਲ ਦੇ ਨਾਲ 50,000 ਸੈਨਿਕ, ਇਹਦੇ ਨਾਲ ਛੋਟੀਆਂ ਵੱਡੀਆਂ ਤੋਪਾਂ ਉਹ ਵੀ ਦੇ ਦਿੱਤੀਆਂ ਕਿ ਜੇ ਲੋੜ ਪਈ ਤੇ ਜੰਗ ਵੀ ਕਰਨੀ, ਲੜਾਈ ਵੀ ਕਰੀ। ਇੱਕ ਸਮਾਜ ਅਹੰਕਾਰਿਓ ਵਿਪਰ, ਕਹਿ ਉਤੋਂ ਸ਼ਤਰਗਨ ਸ਼ਿਪਰ। ਔਰ ਬੀਰਬਲ ਨੇ ਇਸ ਤੋਂ ਪਹਿਲਾਂ ਕੋਈ ਜੰਗ ਯੁੱਧ ਕੀਤਾ ਨਹੀਂ ਸੀ, ਹੈ ਇਹ ਮੰਤਰੀ। ਪਰ ਇਹ ਮੰਤਰੀ ਅਕਬਰ ਦੇ ਦਰਬਾਰ ਵਿੱਚ ਰਹਿੰਦਾ ਸੀ, ਉੱਥੇ ਕਈ ਤਰ੍ਹਾਂ ਦੇ ਮਸਲੇ ਹੁੰਦੇ ਸਨ, ਸੁਲਝਾਉਂਦਾ ਸੀ। ਹੁਣ ਏਡੀ ਵੱਡੀ ਸੈਨਾ, ਇੰਨੀਆਂ ਤੋਪਾਂ ਵੇਖ ਕੇ ਇਹ ਬ੍ਰਾਹਮਣ ਸੀ, ਕਹਿੰਦੇ ਹੰਕਾਰ ਵਿੱਚ ਆ ਗਿਆ। ਕਹਿ ਹੁਤੋ ਸ਼ਤਰਗਨ ਸ਼ਿਪਰ, ਕਿ ਹੁਣ ਮੇਰੇ ਸਾਹਮਣੇ ਵੈਰੀ ਕਿਹੜਾ ਆ ਜਾਏਗਾ, ਹੁਣ ਦੇਖ ਮੈਂ ਵੈਰੀਆਂ ਨੂੰ ਮਾਰ ਕੇ ਸਿੱਧਾ ਕਿਵੇਂ ਕਰਦਾ। ਅਕਬਰ ਹਰਕਤ ਬਾਕ ਬਖਾਨਾ, ਲਿਖ ਕਰ ਪਾਣ ਦਿਓ ਪਰਵਾਨਾ। ਹੁਣ ਅਕਬਰ ਬਾਦਸ਼ਾਹ ਜਿਹੜਾ ਮੁਸਲਮਾਨ ਹੈ, ਇਹ ਬੀਰਬਲ ਬ੍ਰਾਹਮਣ ਹੈ, ਇਹ ਵੇਖ ਕੇ ਅਕਬਰ ਬਾਦਸ਼ਾਹ ਕੁਛ ਵੀ ਬੜਾ ਨਾਲੇ ਹੱਸ ਪਿਆ ਤੇ ਹੱਸਦਿਆ ਹੋਇਆ ਕਹਿੰਦਾ ਬੀਰਬਲ ਚੱਲਿਆ ਨੇ ਤੈਨੂੰ ਕੋਈ ਚਿੱਠੀ ਲਿਖ ਦਿਆ, ਪਰਵਾਨਾ ਲਿਖ ਦਿਆ। ਤੇ ਪਰਵਾਨੇ ਵਿੱਚ ਕੀ ਲਿਖਿਆ? ਖੱਤਰੀ ਜਾਤ ਜਿਤਕ ਜਿਸ ਦੇਸ਼, ਗ੍ਰਾਮ ਕੇ ਨਗਰ ਬਸੰਤ ਅਸ਼ੇਸ਼। ਕਿ ਬੀਰਬਲ ਤੂੰ ਚੜ੍ਹਾਈ ਕਰਕੇ ਪੱਛਮ ਵਾਲੇ ਪਾਸੇ ਜਾਣਾ ਤੇ ਹੈ ਹੀ, ਰਾਹ ਵਿੱਚ ਜਿੰਨੇ ਵੀ ਦੇਸ਼ ਆਉਣਗੇ, ਜਿੰਨੇ ਵੀ ਪਿੰਡ ਆਉਣ, ਨਗਰ ਆਉਣ, ਸ਼ਹਿਰ ਆਉਣ, ਉਹਨਾਂ ਵਿੱਚ ਜਿੰਨੇ ਵੀ ਖੱਤਰੀ ਰਹਿੰਦੇ ਹੋਣਗੇ, ਕਿਉਂਕਿ ਤੂੰ ਬ੍ਰਾਹਮਣ ਹੈ, ਉਹਨਾਂ ਖੱਤਰੀਆਂ ਦੇ ਨਾਂ 'ਤੇ ਵਿਸ਼ੇਸ਼ ਤੌਰ 'ਤੇ ਮੈਂ ਹੁਕਮ ਲਿਖਣਾ, ਪਰਵਾਨਾ ਲਿਖਣਾ ਹੈ। ਇੱਕ ਘਰ ਇੱਕ ਰਜਤ ਪਣ ਦਾ ਕੈ, ਮਿਲੇ ਤੋਹੇ ਨੰਬਰੀ ਸਿਰ ਕਹਿ ਕਹਿ। ਕਿਉਂਕਿ ਬ੍ਰਾਹਮਣ ਆਪਣੇ ਆਪ ਨੂੰ ਵੱਡਾ ਵਿਖਾਉਂਦਾ ਸੀ, ਇਹ ਆਪਣਾ ਹੱਕ ਜਿਤਾਉਂਦਾ ਸੀ, ਲੋਕ ਮੈਨੂੰ ਪੁੱਛਣ। ਔਰ ਅਕਬਰ ਬਾਦਸ਼ਾਹ ਨੇ ਇਸੇ ਤਰ੍ਹਾਂ ਦਾ ਕੋਈ ਖਿਆਲ ਰੱਖਿਆ, ਪਰਵਾਨਾ ਲਿਖ ਦਿੱਤਾ ਜਿੰਨੇ ਖੱਤਰੀਆਂ ਦੇ ਘਰ ਨੇ ਕਿ ਬੀਰਬਲ ਉਹ ਸਾਰੇ ਤੈਨੂੰ ਘਰ ਪ੍ਰਤੀ ਹਰ ਇੱਕ ਘਰ 1-1 ਰੁਪਈਆ ਦੇਗਾ,
1-1 ਰੁਪਈਆ ਦੇ ਕੇ ਨਾਲੇ ਸਨਿਮਰ ਹੋ ਕੇ ਸਿਰ ਝੁਕਾ ਕੇ ਤੈਨੂੰ ਮਿਲੇਗਾ, ਤੇਰਾ ਸਤਿਕਾਰ ਕਰਨਗੇ। ਹਿਮ ਸਭ ਲਿਖਤ ਦਈ ਕਰ ਹਾਥ, ਲਏ ਬੀਰਬਲ ਹੋਏ ਮਦ ਸਾਥ। ਕਿ ਇਹ ਬ੍ਰਾਹਮਣ ਦਾ ਬੀਰਬਲ ਨੂੰ ਕਹਿ ਰਿਹਾ ਹੈ ਅਕਬਰ ਕਿ ਤੂੰ ਬ੍ਰਾਹਮਣ ਹੈ, ਬ੍ਰਾਹਮਣ ਦਾ ਹੱਕ ਹੈ ਟੈਕਸ ਲੈਣਾ। 1-1 ਰੁਪਈਆ ਸਾਰੇ ਤੂੰ ਟੈਕਸ ਲੈਣਾ ਹੈ। ਆਪਣੇ ਆਪ ਕੋਈ ਦੇਵੇ ਠੀਕ ਹੈ, ਨਹੀਂ ਤੇ ਘਰਾਂ ਦੇ ਵਿੱਚ ਸਿਪਾਹੀ ਭੇਜ ਕੇ ਟੈਕਸ ਲੈਣਾ ਹੈ। ਇਹ ਲਿਖ ਕੇ ਪਰਵਾਨਾ ਜਿਹੜਾ ਬੀਰਬਲ ਦੇ ਹੱਥ ਵਿੱਚ ਦੇ ਦਿੱਤਾ। ਬੀਰਬਲ ਜਿਹੜਾ ਸੀ ਉਹਦਾ ਹੰਕਾਰ ਹੋਰ ਦੁਗਣਾ ਚੁਗਣਾ ਹੋ ਗਿਆ। ਦਿੱਲੀ ਤੇ ਚੜ ਚਲ ਕਰ ਆਇਓ, ਬੜ ਲਸ਼ਕਰ ਜਿਹੇ ਸੰਗ ਸਿਧਾਇਓ। ਕਹਿੰਦੇ ਦਿੱਲੀ ਵਾਲੇ ਪਾਸੋਂ ਬੀਰਬਲ ਚੜ੍ਹਾਈ ਕਰਕੇ ਆਇਆ ਔਰ ਬਹੁਤ ਵੱਡਾ ਲਸ਼ਕਰ ਇਹਦੇ ਨਾਲ ਸੀ। ਜਾਏ ਦੇਸ ਜਿਸ ਉਤਰੈ ਸੋਏ, ਖੱਤਰੀ ਆਣ ਮਿਲੇ ਸਭ ਕੋਏ। ਜਿਹੜੇ ਵੀ ਦੇਸ਼, ਜਿਹੜੇ ਵੀ ਪਿੰਡ, ਸ਼ਹਿਰ, ਨਗਰ ਸੀ, ਜਿੱਥੇ ਵੀ ਜਾ ਕੇ ਰੁਕਦਾ ਸੀ, ਆਪਣੇ ਬੰਦੇ ਭੇਜ ਕੇ ਉਹ ਅਕਬਰ ਬਾਦਸ਼ਾਹ ਦਾ ਲਿਖਿਆ ਹੋਇਆ ਹੁਕਮ ਜਿਹੜਾ ਢੰਡੋਰਾ ਪਟਾ ਦਿੰਦਾ ਸੀ ਕਿ ਜਿੰਨੇ ਖੱਤਰੀਆਂ ਦੇ ਘਰ ਨੇ ਆਪਣੇ ਆਪ ਆਓ, 1-1 ਰੁਪਈਆ ਦੇ ਕੇ ਬੀਰਬਲ ਨੂੰ ਮਿਲੋ। ਔਰ ਖੱਤਰੀ ਆ ਕੇ ਮਿਲਦੇ ਸਨ। ਗਿਣ ਗਿਣ ਕਰਨ ਰਜਤ ਪਣ ਦੇਤ, ਖੋਜ ਖੋਜ ਤਿਸਕੇ ਨਰ ਲੇਤ। ਉਹ ਖੱਤਰੀ ਆਪਣੇ ਆਪ ਹੀ ਆਪਣੇ ਘਰ ਗਿਣ ਲੈਂਦੇ ਸਨ ਕਿੰਨੇ ਕੁ ਘਰ ਨੇ। ਘਰ ਗਿਣ ਕੇ ਪੈਸੇ ਇਕੱਠੇ ਕਰਕੇ ਦਿੰਦੇ ਸਨ, ਜੇ ਨਹੀਂ ਤੇ ਸਿਪਾਹੀ ਪਿੰਡ ਦੇ ਵਿੱਚ, ਨਗਰ ਵਿੱਚ ਘੁੰਮ ਕੇ ਆਪ ਵੀ ਲੱਭ ਲੈਂਦੇ ਸਨ ਕਿ ਦੱਸੋ ਖੱਤਰੀਆਂ ਦੇ ਘਰ ਕਿਹੜੇ ਕਿਹੜੇ ਨੇ, ਕਿੰਨੇ ਘਰ ਨੇ। ਹਰ ਪਿੰਡ ਨਗਰ ਵਿੱਚੋਂ ਉਨੇ ਰੁਪਈਏ ਲੈ ਕੇ ਆਉਂਦੇ। ਇਵੇਂ ਕਰਤ ਲਏ ਪਟ ਭੀਰ, ਉਤਰਿਓ ਆਨ ਵਿਪਾਸਾ ਤੀਰ। ਇਸੇ ਤਰ੍ਹਾਂ ਸੂਰਬੀਰਾਂ ਦੇ ਸੈਨਿਕਾਂ ਦੀ ਵੱਡੀ ਭੀੜ ਲੈ ਕੇ ਪਿੰਡ ਤੋਂ ਪਿੰਡ, ਅੱਗੇ ਨਗਰ ਤੋਂ ਨਗਰ ਚੱਲਦਾ ਆਇਆ। ਇਹ ਬਿਆਸ ਨਦੀ ਦੇ ਨੇੜੇ ਗੋਬਿੰਦਵਾਲ ਸਾਹਿਬ ਦੇ ਨੇੜੇ ਆ ਕੇ ਡੇਰਾ ਕੀਤਾ। ਕਰੇ ਸਕੇਲਣ ਤਰਨੀ ਘਣੀ, ਤਰ ਕਰ ਪਾਰ ਪਰੇ ਸਭ ਅੜੀ। ਗੋਬਿੰਦਵਾਲ ਦੇ ਪਰਲੇ ਪਾਸੇ ਆ ਕੇ ਡੇਰਾ ਕੀਤਾ। ਬਹੁਤ ਸਾਰੀਆਂ ਨੇ ਬੇੜੀਆਂ ਇਕੱਠੀਆਂ ਕੀਤੀਆਂ। ਉਹਨਾਂ ਬੇੜੀਆਂ ਦੇ ਵਿੱਚ ਸਾਜੋ ਸਮਾਨ ਜਿਹੜਾ ਸਾਰਾ ਸੀ ਉਰਲੇ ਪਾਰ ਗੋਬਿੰਦਵਾਲ ਵਾਲੇ ਸਭ ਵਾਲੇ ਪਾਸੇ ਪਹੁੰਚਾਇਆ। ਗੋਬਿੰਦਵਾਲ ਸਿਵਰ ਕੋ ਕਾਲਾ, ਵਿਪਰ ਵੀਰ ਬਲ ਚਮੂ ਵਿਸਾਲਾ। ਇਹ ਜਿਹੜਾ ਬ੍ਰਾਹਮਣ ਬੀਰਬਲ ਹੈ ਵੱਡਾ, ਇਹਦੇ ਨਾਲ ਨੌ ਲਸ਼ਕਰ ਸੀ, 50,000 ਦੇ ਕਰੀਬ ਗਿਣਤੀ ਸੀ। ਸਾਰਿਆਂ ਨੇ ਉਹ ਬਿਆਸ ਨਦੀ ਨੂੰ ਪਾਰ ਕੀਤਾ। ਗੋਬਿੰਦਵਾਲ ਸਾਹਿਬ ਵਾਲੇ ਪਾਸੇ ਖੁੱਲੀ ਥਾਂ ਵੇਖ ਕੇ ਆ ਕੇ ਇਹਨਾਂ ਨੇ ਡੇਰਾ ਕਰ ਲਿਆ। ਪੁਰ ਮੈਂ ਪ੍ਰਸਵੇ ਨਰਮਤਹੀਣ, ਘਰ ਖੱਤਰੀਣ ਖੋਜ ਕਰ ਲੀਨ। ਬੀਰਬਲ ਦੇ ਸੈਨਿਕ ਜਿਹੜੇ ਗੋਬਿੰਦਵਾਲ ਸਾਹਿਬ ਨਗਰ ਦੇ ਵਿੱਚ ਦਾਖਲ ਹੋ ਗਏ। ਨਗਰ ਵਿੱਚ ਵੜ ਕੇ ਇਹਨਾਂ ਨੇ ਪੁੱਛ ਪੁਛਾ ਕੇ ਸਾਰੇ ਘਰ ਗਿਣੇ ਕਿ ਖੱਤਰੀਆਂ ਦੇ ਘਰ ਕਿੰਨੇ ਨੇ। ਆਏ ਦੀਵਾਨ ਬੀਰਬਲ ਬੈਠਾ, ਮਿਲੋ ਸਕਲ ਦੇ ਕਰ ਤੁਮ ਭੇਟਾ। ਨਾਲੇ ਘਰ ਗਿਣਦੇ ਨੇ, ਨਾਲੇ ਘਰ ਘਰ ਜਾ ਕੇ ਕਹਿੰਦੇ ਨੇ ਕਿ ਤੁਹਾਡੇ ਨਗਰ ਦੇ ਬਾਹਰ ਦੀਵਾਨ ਆ ਕੇ ਬੈਠਾ, ਬੀਰਬਲ ਆ ਕੇ ਬੈਠਾ, ਡੇਰਾ ਲਾਇਆ ਹੈ, ਤੁਸੀਂ ਖੱਤਰੀ ਹੋ, ਜਾ ਕੇ ਮਿਲੋ, ਨਾਲੇ ਆਪਣੇ ਘਰ ਵੱਲੋਂ 1 ਰੁਪਈਆ ਜਾ ਕੇ ਭੇਟਾ ਵਜੋਂ ਦਿਓ। ਸੁਣਕਾਰ ਗੁਰਸਣ ਬੰਦੇ ਘਣੇ, ਕਾਪਰ ਮਿਲੇ ਕੁਛ ਗੁਰ ਟਿਕ ਭਣੇ। ਹੁਣ ਧੰਨ ਗੁਰੂ ਅਮਰਦਾਸ ਜੀ ਦੇ ਸਾਕ ਸੰਬੰਧੀ ਸਾਰੇ ਉਹ ਵੀ ਖੱਤਰੀ ਨੇ। ਹੋਰ ਖੱਤਰੀਆਂ ਦੇ ਘਰ ਬਹੁਤ ਨੇ। ਉਹ ਸਾਰੇ ਆ ਕੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਮਿਲੇ ਤੇ ਹੱਥ ਜੋੜ ਕੇ ਬੇਨਤੀ ਕੀਤੀ, ਆਗਿਆ ਦੇਹੋ ਜਤਾ ਹਮ ਕਰੈ, ਨਾਏ ਤਾਂ ਵਿਪਰ ਦਵੈਗ ਕੋ ਧਰੈ। ਹੁਣ ਸਾਰੇ ਨੇ ਹੱਥ ਜੋੜ ਕੇ ਬੇਨਤੀ ਕੀਤੀ, ਸਤਿਗੁਰੂ ਜੀ ਹੁਣ ਕਿਰਪਾ ਕਰੋ, ਆਗਿਆ ਦਿਓ, ਜਿਵੇਂ ਤੁਹਾਡਾ ਹੁਕਮ ਹੋਵੇਗਾ ਉਸੇ ਤਰ੍ਹਾਂ ਕਰਾਂ। ਪਰ ਇੱਕ ਗੱਲ ਪੱਕੀ, ਜੇ ਇਸ ਬ੍ਰਾਹਮਣ ਨੂੰ, ਇਸ ਬੀਰਬਲ ਨੂੰ 1-1 ਰੁਪਈਆ ਘਰ ਪ੍ਰਤੀ ਅਸੀਂ ਨਾ ਦਿੱਤਾ, ਅੜਬ ਬੜਾ ਹੈ,
ਇਹ ਦਵੈਕ ਬੜਾ ਕਰੇਗਾ, ਇਹ ਬੜਾ ਇੱਥੇ ਹੋ ਸਕਦਾ ਕਿ ਬਹੁਤ ਕੁਝ ਹੋਰ ਕਰ ਜੇ। ਸ੍ਰੀ ਗੁਰ ਅਮਰ ਭਣਿਓ ਜੁਗ ਜਾਵੋ, ਹਮਰੇ ਦਿਸ ਤੇ ਭਾਗ ਸੁਣਾਵੋ। ਧੰਨ ਗੁਰੂ ਅਮਰਦਾਸ ਜੀ ਕਹਿੰਦੇ ਨੇ ਭਾਈ ਸਿੱਖੋ ਘਬਰਾਓ ਨਾ, ਤੁਸੀਂ ਕੋਈ ਨਹੀਂ, 2 ਜਾਣੇ 2 ਸਿੱਖ ਜਾਓ, ਸਾਡੇ ਵੱਲੋਂ ਜਾ ਕੇ ਉਸ ਬੀਰਬਲ ਨੂੰ ਜਾ ਕੇ ਕਹੋ, ਇਹ ਗੁਰਪੁਰ ਜਾਨੋ ਉਰ ਮਾਹੀ, ਕਾਰ ਵਿਹਾਰ ਕਤ ਕੋ ਨਾਹੀ। ਕਿ ਬੀਰਬਲ ਨੂੰ ਜਾ ਕੇ ਪਿਆਰ ਦੇ ਨਾਲ ਕਹੋ, ਸਮਝਾਓ, ਸਮਝੇਗਾ ਕਿ ਇਹ ਗੁਰੂ ਦੀ ਨਗਰੀ ਹੈ ਔਰ ਇਸ ਨਗਰ ਵਿੱਚ ਜਿਹੜੇ ਲੋਕ ਆਏ ਨੇ ਉਹ ਬਹੁਤਾ ਕਾਰੋਬਾਰ ਨਹੀਂ ਕਰਦੇ, ਉਹ ਗੁਰੂ ਘਰ ਵਿੱਚ ਸੇਵਾ ਕਰਦੇ ਨੇ। ਕਾਰ ਵਿਹਾਰ ਇਸ ਪਿੰਡ ਵਿੱਚ ਕੋਈ ਨਹੀਂ ਕਰਦਾ। ਜੋ ਪਰਮੇਸ਼ਰ ਦੇਤ ਪਠਾਏ, ਸੋ ਅਚ ਔਰਣ ਦੇ ਅਚਵਾਏ। ਬਸ ਇਸ ਨਗਰ ਵਾਲੇ ਸਾਰੇ ਗੁਰੂ ਦੇ ਤੇ ਪਰਮੇਸ਼ਰ ਦੇ ਆਸਰੇ ਰਹਿੰਦੇ ਨੇ ਕਿ ਜੋ ਪਰਮੇਸ਼ਰ ਭੇਜਦੇ, ਕਿਉਂਕਿ ਸਤਿਗੁਰੂ ਜੀ ਰੁਪਈਆ ਪੈਸਾ ਵੀ ਨਹੀਂ ਸਨ ਲੈਂਦੇ, ਤੇ ਜੇ ਲੈਂਦੇ ਸਨ ਸ਼ਾਮ ਤੱਕ ਵੰਡ ਦਿੰਦੇ ਸਨ। ਲੰਗਰ ਸਾਰੇ ਪਿੰਡ ਵਾਲੇ ਜਿਹੜੇ ਨੇ ਉਹ ਗੁਰੂ ਘਰ ਦੇ ਵਿੱਚ 2 ਟਾਈਮ ਛਕਦੇ ਸਨ। ਕਿ ਬੀਰਬਲ ਨੂੰ ਜਾ ਕੇ ਕਹੋ ਭਾਈ, ਇੱਥੋਂ ਦੇ ਲੋਕ ਜਿਹੜੇ ਨੇ ਪਰਮੇਸ਼ਰ ਦੇ ਸਹਾਰੇ ਨੇ, ਗੁਰੂ ਦੇ ਸਹਾਰੇ ਨੇ। ਇਹ ਗੁਰੂ ਘਰ ਦੇ ਵਿੱਚ ਜੋ ਕੁਛ ਹੁੰਦਾ ਪਰਮੇਸ਼ਰ ਦਿੰਦਾ, ਉੱਥੋਂ ਛਕਦੇ ਨੇ। ਭੋਜਨ ਲਿਓ ਦੇਗ ਤੇ ਜੇਤਾ, ਤੁਮਰੇ ਨਿਕਟ ਪਠੇ ਹਮ ਤਿਤਾ। ਸਤਿਗੁਰੂ ਜੀ ਕਹਿੰਦੇ ਨੇ ਭਾਈ ਜਾ ਕੇ ਬੀਰਬਲ ਨੂੰ ਕਹਿ ਦਿਓ ਕਿ ਗੁਰੂ ਘਰ ਦੇ ਵਿੱਚ ਤੇ ਰੁਪਈਆ ਕਿਉਂ ਤਾਂ ਆਉਂਦਾ ਹੀ ਨਹੀਂ, ਨਾ ਗੁਰੂ ਰੁਪਈਏ ਲੈਂਦੇ ਨੇ ਨਾ ਦਿੰਦੇ ਨੇ। ਹਾਂ ਇੱਥੇ ਰਸਤ ਬੜੀ ਆਉਂਦੀ ਹੈ, ਲੰਗਰ ਖੁੱਲ੍ਹਾ ਚੱਲਦਾ ਹੈ। ਜੇ ਬੀਰਬਲ ਲੰਗਰ ਤੂੰ ਛਕਣਾ ਜਾਂ ਤੇਰੀ ਫੌਜ ਨੇ ਛਕਣਾ, ਜਿੰਨਾ ਚਾਹੀਦਾ ਹੈ ਲੰਗਰ ਅਸੀਂ ਉਨਾ ਛਕਾ ਸਕਦੇ ਹਾਂ। ਨਹੀਂ ਰਜਤ ਪਾਣ ਲੇਤ ਨਾ ਦੇਤ, ਇਹ ਰੀਤ ਹੈ ਗੁਰੂ ਨਕੇਤ। ਕਿ ਉਹਨੂੰ ਜਾ ਕੇ ਕਹਿ ਦਿਓ ਭਾਈ ਗੁਰੂ ਘਰ ਦੀ ਰੀਤ ਹੀ ਮਰਿਆਦਾ ਹੀ ਹੈ ਕਿ ਇੱਥੇ ਰੁਪਈਏ ਪੈਸੇ ਨਾ ਦਿੱਤੇ ਜਾਂਦੇ ਨੇ ਨਾ ਲਏ ਜਾਂਦੇ ਨੇ। ਲੰਗਰ ਹੈ, ਲੰਗਰ ਬੇਸ਼ੱਕ ਤੂੰ ਆ ਕੇ ਛਕ ਲੈ, ਸਾਰੀ ਫੌਜ ਛਕ ਲੈ। ਜੇ ਆਉਣਾ ਨਹੀਂ ਅਸੀਂ ਤਿਆਰ ਕਰਕੇ ਉੱਥੇ ਵੀ ਭੇਜ ਸਕਦੇ। ਹੁਣ ਦੇਖੋ ਜੇ 50,000 ਗਿਣਤੀ ਹੋਵੇ, 50,000 ਇਤਿਹਾਸਕਾਰਾਂ ਨੇ ਲਿਖੀ ਹੈ, 10-20 ਹਜ਼ਾਰ ਵੀ ਹੋਣ ਤੇ ਹੋ ਸਕਦਾ ਉਹ ਰੁਪਈਏ ਨਾਲੋਂ ਕਿਤੇ ਜ਼ਿਆਦਾ ਮਹਿੰਗਾ ਲੰਗਰ ਪੈਣਾ ਸੀ। ਪਰ ਗੁਰੂ ਘਰ ਦੀ ਰੀਤ ਹੈ ਕਿ ਲੰਗਰ ਛਕਣਾ ਬੇਸ਼ੱਕ ਸਾਰੇ ਛਕ ਲਓ, ਪਰ ਰੁਪਈਆ ਇੱਥੋਂ ਨਹੀਂ ਮਿਲਣਾ। ਤਿਸ ਕੇ ਨਰਨ ਸੰਗ ਸਿੱਖ ਗਏ, ਬੈਠਿਓ ਵਿਪਰ ਅਹੰਕਰਤ ਕਏ। ਉਹ ਜਿਹੜੇ ਬੀਰਬਲ ਦੇ ਬੰਦੇ ਸੈਨਿਕ ਆਏ ਸਨ ਘਰ ਗਿਣਨ ਵਾਸਤੇ, ਘਰ ਤੋਂ ਨਾ ਗਿਣ ਲਏ ਕਿ ਇੰਨੇ ਕੁ ਰੁਪਈਏ ਇਸ ਪਿੰਡ ਵਿੱਚੋਂ ਬਣਦੇ ਨੇ, ਚਾਹੇ ਘਰ ਸਿੱਧੇ ਦੇ ਦੇਣ, ਚਾਹੇ ਇਕੱਠੇ ਕਰਕੇ ਦੇ ਦੇਣ, ਚਾਹੇ ਇੱਕ ਹੀ ਕਰ ਦਿੰਦੇ। ਉਹਨਾਂ ਸੈਨਿਕਾਂ ਦੇ ਨਾਲ ਗੁਰੂ ਕੇ 2 ਸਿੱਖ ਗਏ ਨੇ ਤੇ ਜਿੱਥੇ ਬੀਰਬਲ ਐਨ ਹੰਕਾਰ ਦੇ ਵਿੱਚ ਭਰਿਆ ਹੋਇਆ ਬੈਠਾ ਉੱਥੇ ਪਹੁੰਚ ਗਏ। ਖਰੇ ਹੋਏ ਕਾਰੇ ਬਾਤ ਸੁਣਾਈ, ਸ੍ਰੀ ਨਾਨਕ ਗਾਦੀ ਇਸ ਥਾਈ। ਗੁਰੂ ਨੇ ਸਿੱਖਾਂ ਨੇ ਜਾ ਕੇ ਉੱਥੇ ਉਹਦੇ ਸਾਹਮਣੇ ਖਲੋ ਕੇ ਗੱਲ ਸੱਚ ਦੱਸੀ ਕਿ ਇਹ ਬੀਰਬਲ ਕਿ ਦੇਖ ਇਹ ਗੁਰੂ ਦਾ ਘਰ ਹੈ, ਗੁਰੂ ਨਾਨਕ ਸਾਹਿਬ ਦੀ ਗੱਦੀ ਹੈ। ਤ੍ਰਿਤੇ ਥਾਨ ਗੁਰ ਅਮਰ ਸੁਹਾਏ, ਸਿੱਖ ਸੰਗਤ ਉਪਦੇਸ਼ ਦ੍ਰਿੜਾਏ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਤੀਸਰੀ ਜੋਤ, ਤੀਸਰਾ ਉਹਨਾਂ ਦਾ ਇਹ ਮਹਿਲ ਹੈ, ਤੀਸਰਾ ਸਰੀਰ ਹੈ। ਜੋਤ ਗੁਰੂ ਨਾਨਕ ਸਾਹਿਬ ਜੀ ਦੀ ਹੈ, ਗੱਦੀ ਤੀਸਰੀ ਹੈ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਇਸ ਗੱਦੀ 'ਤੇ ਸ਼ੋਭ ਰਹੇ ਨੇ। ਉਹ ਸਿੱਖਾਂ ਨੂੰ ਸਿੱਖੇ ਦਾ ਉਪਦੇਸ਼ ਦ੍ਰਿੜ ਕਰਵਾਉਂਦੇ ਨੇ। ਦੇਗ ਚਲਾਵਤ ਭੋਜਨ ਦੇਤ, ਨਹਿ ਸੰਚੈ ਕੁਛ ਰੱਖੈ ਨਿਕੇਤ। ਸਿੱਖ ਕਹਿੰਦੇ ਨੇ ਬੀਰਬਲ ਜੀ ਗੁਰੂ ਸਾਹਿਬ ਜੀ ਇੱਥੇ ਦੇਗ ਚਲਾਉਂਦੇ ਨੇ, ਲੰਗਰ ਛਕਾਉਂਦੇ ਨੇ। ਲੰਗਰ ਚੱਲਦਾ ਹੈ, ਲੰਗਰ ਬਹੁਤ ਹਜ਼ਾਰਾਂ ਲੋਕ ਆ ਕੇ ਛਕਦੇ ਨੇ, ਪਰ ਗੁਰੂ ਜੀ ਆਪਣੇ ਘਰ ਵਿੱਚ ਕੁਝ ਵੀ ਇਕੱਠਾ ਕਰਕੇ ਨਹੀਂ ਰੱਖਦੇ। ਉਹ ਰੁਪਈਆ ਕਦੇ ਕਿਸੇ ਤੋਂ ਨਹੀਂ ਲੈਂਦੇ। ਤਿੰਨ ਕੇ ਪੂਰੇ ਵਸੇ ਨਰ ਨਾਰੀ,
करे सबन के नित रखवारी। ये सारे नगरी गुरु साहब के ही नगरी है। उन्होंने बहुत सारे साख संबंधी या जिन्ने भी इत्थे रहने वाले लोग ने वो सारे गुरु के ही आसरे ने। धारो शरदा चहो आहारे तो आने जेतक गुरुद्वारे। ते नाल ही सिख कहते ने बीरबल जी तुसीं भी शरदा धारण करो, रुपये तो उत्थे नहीं, पर हाँ जे तुसीं चाहुंदे हो तो भोजन तुहानूं छका सकने आ। जिन्नी तुहाडी सैना है सारे सैना के वास्ते भोजन असीं इत्थे भी लिया सकने, जे चाहो तो उत्थे जाके सकते। सुन कै कहियो बीरबल फेर जेतक खतर के घर हेर। ये सुन के बीरबल हंकार दे विच इन्ना भरिया सी, सिखां नाल नहीं गल कीती। सिखां ने इन्नी सुनाई ते अपने सैनिकां नूं कहंदा है कि इस नगर विच देखो खत्रियां दे घर जिन्ने भी ने तुसीं वेख आए हो, गिनती कर आए हो। सब मिल संच रजतन पन लियावैं, उन आगे हित नाम लिखावैं। एक बारी फिर जाके सारे नूं कहो कि सारे एक एक रजतपन चांदी का सिक्का रुपया लैके आओ ते फौज के कोल नाले रुपये जमे कराओ, नाले आप अपना नाम लिखा के जाओ। गिनती तो पता लग जाए कि किहड़े आ गए ने किहड़े नहीं रह गए, किहड़े आके दे गए ने किहड़े रह गए ने, आप अपना नाम भी लिखाओ। करे बहाने अणग प्रकारे यह नह मिटे लिहो उर धारे। और गुरु के सिखां नूं कहंदे ते पिंड वाले बहाने करते हैं कि गुरु का नगर है, ये गुरु की महिमा नूं जानते ही नहीं कि ये बहाने लाउंदे ने। बस एक गल चंगी तरह समझ लवो कि टैक्स लगा हुआ है, ये बहाने नहीं चलने, टैक्स सब नूं देना पैना है। जिसके गुर तिसके बन रहो, हमें सुनावण हित किम कहो। बीरबल कहता ठीक गुरु होण के जिन्हां दे गुरु ने उन्हां दे बने रहन, साडे तो गुरु नहीं ना ते सानूं क्यों सुणाउंदे हो। वो जिन्हां दे गुरु होणगे बने रहण से तो खतरी जिन्ने ने उन्ने रुपये लैके जाने ने जिन्ने करने। कार कदीमी हटे ना मोरी, सब पर दंड लग्यो चहोरे। बीरबल कहता कि ये तो मेरी कार जिहड़ी है ना शुरू तो लैके खाण का नहीं है, क्योंकि पुरोहित आदि सारे जिहड़े ने ये मिथी हुई भेटा दिंदे ने। मैं ब्राह्मण हाँ, साडे ते खाण का नहीं ये काम ही ये है। ये प्राचीन काल तो चली आ रही तो ये तो करनी पैनी, हटनी नहीं। ये तो टैक्स ही समझ लो, पर देना पैना है। सुन कै सिख अनमन होए आए, सतगुर निकट प्रतंत सुनाए। गुरु के सिखा ने बीरबल तो यह हंकार भरे सारे बोल सुने, उतों वापस मुड़ आए और आके सारे गलबात जी धन गुरु अमरदास जी को सुनाई है। एहो तिज हंकारे न जाने, कर मेरो अब देहू बखाने। सिख कहते हैं सतगुरु जी ये जिहड़ा बीरबल है ब्राह्मण बड़ा हंकारी है, ये गुरु घर की महिमा नूं नहीं जानता। ये कहता किहड़ा गुरु, इक्को गल कहता कि मेरा टैक्स है, इन्ना टैक्स है, इन्ने रुपये इस पिंड विचों लैके जाने ने। वो चाहे तुहाडा गुरु दवे चाहे घर घर दे विचों इकट्ठे करके लिया के दे। नाहे तपन को करे कुचाली, लाखों सैना के पटनाली। सिख कहते हैं कि बीरबल ने तो तक कह दिता है जे रुपये ना आए तो देख लो लखा सैना ने मेरे नाल, तो हो सकता इत्थे कोई कुचाल भी कर जे, भैड़ी चाल भी चल जाए, हो सकता इत्थे बल भी वरतों कर जाए, किसी को मार भी जाए। सुन श्री अमरदास मुस्काए, जिन्हों जगत प्रभुता कित पाए। जदों उन्हें ये गल गुरु के सिखा ने सुनाई कि वह कहता कि मैं गुरु नूं भी फड़ के ले जावांगा, जिन्हें टैक्स ना दिता उन्होंने भी कैद करांगा या मारांगा।
ये सुन के धन गुरु अमरदास जी मुस्कुरा पे हस पे और हसदे होए नाले कहंदे ने जिन्हों जगत प्रभता कित पाए कि जगत ते वडियाई ऐसी जिन्हों प्रभता मिल जे तो उहदे विच हंकार ना आवे तो फिर स्वाद जमदा नहीं ना। मद कर अंत होत मद पौरे अपने सामने जाने औरे। ये लोग प्रभता लैके हंकार दे विच अन्ने हो जाते हैं, पागल हो जाते हैं, अपने बराबर फिर किसी को समझते नहीं। ये तो फिर मनुख नूं मनुख नहीं समझते। बिन गुर सेवे हो संताप ठानत मूरख बहु विद पाप। सतगुरु जी कहते हैं इन्हां वर्गे मूर्खां नूं ये नहीं पता कि गुरु के सिमरन तो बिना संताप लगता है, पाप लगता है, पर ये गुरु घर दे नाल आके मत्थे लाउण लग पे ने। करत साहिबे केतक दिन के बिसर जात गत जन्म मरण के। इन्हां नूं ये नहीं पता मूर्खां नूं गुरु घर दी ते वडियाई इन्नी है कि इत्थे जे निम्बर हो के आउण, इत्थे मालक बन के नहीं, जे दास बन के आउण ते इन्हां नूं देण दुनिया की साहिबी मिल सकती है, इन्हां दा जन्म मरण कट्टिया जा सकता है। पर ये जन्म मरण नूं भी भुल गए। ये आप ही साहिबी लैके उस मालके दे विच इन्ने को हंकार विच चंदे हो गए ने कि किसी नूं नहीं जानते। नह दीरक दरसी होए रहे अंत समय तन संग न मेरे। इवें दे लोग जिहड़े ने ना वो लम्मी नज़र दे नाल नहीं वेखदे। चाहिए तो यह कि दे लम्मी नज़र निहाली है। लम्मी नज़र तो भाव के अगर की सोच रखनी चाहिए है कि जो कुछ मैं कर रहा कुछ मैनू मिलना भी है। पर इन्हां दी सोच उतों तक नहीं जाती। इन्हां ने अगले पासे नूं वेखे ने, अपने अंत समय नूं नहीं जानिया। औचक गहे आए जरवाड़ा नगन एकाके करे प्याड़ा। ये हंकार दे विच कहंदे ने असीं हर घर दे विचों टैक्स लैके जाना है, इन्ने जोड़ने ने। पर इन्हां नूं पता नहीं कि इन्हां तो जोरवर ताकतवर भी कोई है। वो जरवाड़ा वो जदों जमदा दूत आके फड़ेगा ना तो कला फिर ये दोजकां नूं कला ही जाएगा। नंगा दोजक चलिया इहदे नाल ना ये जिहड़ा इकट्ठा किया होया टैक्स है ना ये जाना है, ना घोड़े जाने ने, ना नाल दे जाने ने। उत्थे दोजक विच कल्ले ने जाना, पर इस गल नूं समझदे नहीं ना, जानदे नहीं। पिख्या ना जब लो नाहे न माने पहुँचे जर तन इस नह जाने। पर सतगुरु जी कहते हैं इवें दे लोग जदों तक मौत नूं वेख ना लैण, ऐन सिर तक पहुँच न जाए, उदों तक मनते नहीं, जानते नहीं। बिरम्यो माया मोह सो मिठा परचो चित बनता सुत इठा। हुण तो कहते मोह माया दे विच फसे पे ने। इस्त्री का मोह है, रुपये का मोह है, धियां पुत्रां का मोह है। सुन सिखण पुन बूझण ठाने इसको किम उपाव हम जाने। ये सुन के सिखा ने हाथ जोड़े कि सतगुरु जी तुसी बचन जो कुछ कह रहे हो बिल्कुल सत कह रहे हो, पर कृपा करो हुण ये जिहड़ी बला साडे बूहे ते आके बैठ गई है, बाहर बैठा बीरबल, हुण इहदा स्यापा करना कि इहनूं किवें निबेड़ना है, इहदे नाल किवें निपड़ना है। क्योंकि ये तो गल ठीक है, नहीं समझते। तुसी जो कुछ कहा बिल्कुल सच है, इन्होंने समझना नहीं। पर हुण ये आए ने, इन्हां दा उपा की करना है, निपड़ना किवें है। करे अवज्ञा देह बिखादू जिसके गुर महिमा न यादू। सतगुरु जी ये गुरु की महिमा नूं तो जानते ही नहीं, गुरु साहब जी बारे में कुछ पता ही नहीं। ये तो कोई ना कोई गुरु घर की अवज्ञा करेगा, इस नगर की अवज्ञा करेगा, हो सकता कतलोगार की कर दे। सहज सुभायक सतगुरु बोले निश्चय राखो क्यों मन डोले। ये सुन के गुरु साहब जी फिर मुस्कुरा पे। धन गुरु अमरदास जी कहते हैं भाई सिखो हौसला रखो, क्यों मन नूं डुलाया है, क्यों डोलते हो, रब ते भरोसा रखो।
देखो कहा करे करतार, सिर लागे ते समझ गवार। सतगुरु जी कहते ने भाई उस रंग दे करतार दे रंग नूं वेखो, उहदे ते भरोसा रखो कि देखो की करता है, क्योंकि जो कुछ उन्हें करना होना तो ही है। हो सकता है सिर ते कोई पवे नूं समझ लग जाए। और धन गुरु अमरदास जी भावें बिल्कुल आने वाले समय लिए जानते हैं, पर सिखां नूं भरोसा दे के कहते ने रब ते भरोसा रखो कि पता नहीं समा किवें दा आउणा है, तो रब ही जानता है कि हो सकता है समझ भी जाए, हो सकता है मौत का डंडा इहदे सिर ते आके बजे। जाए बलोको तह तुम दो, कहे बारदा सुनिए सो। सतगुरु कहते हैं भाई दो सिख फिर जाओ, बीरबल दे जाके गल्लां सुनो कि अपने सिपाहियों नाल सेना दे नाल किवें दी वार्ता करता है, किवें दी गलबात करता है, क्योंकि पता लग जाए कि हुणे उन्हें आउणा है कि कल सवेरे आवेगा। की कुछ उनके करन दी मन दे विच मनशा है, की कुछ गल्लां करता, जाके सुनो। आए सबान गए तत्काला, बैठे जेठा पौर विसाला। गुरु साहब की आग्ञा लैके दो सिख गए ने, जाके जिथे उनका दीवान लगा है, बीरबल बैठा हुआ है, सेना दे विच जाके बैठ के गल्लां बातां सुन लग गए। तिस सेन अकबर के परवाने, आए बड़ दूर ता ठाने। इधरों गुरु के सिख जाके बैठ के गल्लां सुनते हैं, उधरों कहते अकबर ने अपने दो दूत परवाना लेके उस वेले भेजे ने बीरबल दे वल। भणियो बीरबल सो तिन नरण, इस पुर महगन खतरी बरन। उधरों अकबर के जिहड़े दूत ने वो परवाना लैके आ रहे हैं, इधर जिहड़ा बीरबल है वो अपने सैनिकों के नाल गल्लां बातां कर रहा, गुरु के सिख सुनते हैं। बीरबल अपने सैनिकों को कहता है इस पुर मह गण खतरी बरन, इस नगर दे विच खतरी वर्ण किन्ने ने, खतरियों दी गोतां किन्नियां ने। बस ये कह लो कि खतरियों के कुल घर किन्ने ने। अब लो हुक्म मान नहीं आए, संध्या परे सो समा बिताए। तुसीं सारे घर भी गिना, सैनिकों ने घर भी दसे कि इन्ने को कर ले। कहते हुक्म भी सारे नूं सुना दिता, पर यह खतरियां दे विचों कोई भी हुण तक 1 रुपया लैके नहीं आया। शाम पैण वाली हो गई है, संध्या परे सो समा बिताए। दोपहर तो लैके हुण तक का सारा समय इन्होंने व्यतीत कर दिता, शाम हो गई है, आए नहीं। हुक्म आपको होए सो करे, जाए तेनू टिग कह इत टरै। सैनिक सुनदे नाल बीरबल नूं कहंदे ने कि जिवें तुहाडा हुक्म होवे। वो तो नहीं आए, तो जे तुहाडा हुक्म होवे तो हुणे जाके उन्हां दे घरां दे विचों ताड़ना करके खो के डरा के जिवें किवें उन्हां दे घरां चों लै के आईए। तुसीं हुक्म करो हुणे जाइए। कहियो बीरबल अब निस्परे, प्रात मुकाम करें इस पुरी। ये सुन के बीरबल अपने सैनिकों को कहता नहीं भाई हुण तो रात पै गई है, तो रात के समय हो सकता बंदे मिलन के भज जाण, लभण के ना लभण। रात के समय नहीं, दिन कल दिन चढ़ेगा, दिन के समय जावांगे। कल्ले कल्ले घर दे विचों रुपये लैके आउणे ने। तब सबको कह के मंगवावे, नाहे तो हुक्म मान करे आवे। कल फिर एक बार हुक्म भेजांगे, जां तो हुक्म मान के आ जाएंगे, चंगे रहेंगे, नहीं तो फिर सारे दे घर दे जी फड़ फड़ के उन्होंने उत्थे लैके आवेंगे। जां तो रुपया दे जो, तो जां अपने जी छड्ड जो, उन्होंने मौत के घाट उतारेंगे। भयो तिमर सिख सुन कर आए, बिगरे प्राते गुरुण बताए। हुण सिखां ने सुनिया, मन दे विच एक डर भी बैठ गया कि चलो रात तो निकल जाएगी। ये तो गल सुन के आ गए कि रात उन्होंने किते नहीं आना, पर कल दिन चढ़ेगा। दिन चढ़दे नाल ही
ਗੱਲਬਾਤ ਬੜੀ ਵਿਗੜੇਗੀ, ਹੋ ਸਕਦਾ ਨੁਕਸਾਨ ਬੜਾ ਕਰਨ। ਇਹਨਾਂ ਨੇ ਆ ਕੇ ਗੁਰੂ ਸਾਹਿਬ ਜੀ ਨੂੰ ਸਾਰੀ ਗੱਲਬਾਤ ਸਮਝਾਈ। ਕਹਿ ਸ੍ਰੀ ਅਮਰ ਮੁਕਾਮ ਨਾ ਹੋਏ, ਬੇਗ ਇਹਾਂ ਤੇ ਗਮਣੇ ਸੋਏ। ਜਦੋਂ ਡਰੇ ਹੋਏ ਸਿੱਖ ਆ ਕੇ ਕਹਿੰਦੇ ਨੇ ਸਤਿਗੁਰੂ ਜੀ, ਉਹ ਕਹਿੰਦਾ ਹੈ ਕਿ ਕੱਲ ਸਵੇਰੇ ਅਸੀਂ ਘਰ ਘਰ ਵਿੱਚ ਜਾਵਾਂਗੇ, ਜੇ ਰੁਪਈਆ ਨਾ ਮਿਲਿਆ ਜਿਹੜੇ ਘਰ ਵਿੱਚੋਂ ਉਹਨਾਂ ਦੇ ਜੀਆਂ ਨੂੰ ਫੜ ਕੇ ਗ੍ਰਿਫਤਾਰ ਕਰਕੇ ਲੈ ਆਵਾਂਗੇ। ਸਵੇਰੇ ਉਹਨਾਂ ਨੇ ਕੂਚ ਕਰਕੇ ਇਸ ਨਗਰ ਦੇ ਵਿੱਚ ਆ ਜਾਣਾ ਹੈ। ਔਰ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮੁਸਕਰਾਏ ਤੇ ਮੁਸਕਰਾ ਕੇ ਗੁਰੂ ਸਾਹਿਬ ਜੀ ਕਹਿੰਦੇ ਨੇ ਵੀ ਕੱਲ ਸਵੇਰ ਤੱਕ ਉਹਦਾ ਡੇਰਾ ਇੱਥੇ ਕਿੱਥੇ ਰਹਿਣਾ ਹੈ। ਅੱਗੇ ਗੁਰੂ ਸਾਹਿਬ ਜੀ ਜਿਵੇਂ ਕਿਰਪਾ ਕਰਨਗੇ ਉਹ ਆਪਾਂ ਕੱਲ ਵਿਚਾਰਾਂਗੇ ਸਮੇਂ ਦੇ ਮੁਤਾਬਕ। ਇਤਨੀ ਬੇਨਤੀ ਪ੍ਰਵਾਨ ਕਰਨੀ ਜੀ ਹੋਈਆਂ ਭੁੱਲਾਂ ਦੀ ਖਿਮਾ। ਆਓ 1-2 ਮਿੰਟ ਹੋਰ ਰਸਨਾ ਦੇ ਨਾਲ ਹਾਜ਼ਰੀ ਲਵਾਈਏ, ਫਿਰ ਸਮਾਪਤ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ